ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਖੀ ਵਿਦਿਆ। ਬਾਲ ਗੋਬਿੰਦ ਇਸ ਵੇਲੇ 5 ਵਰ੍ਹਿਆਂ ਦੇ ਹੋ ਗਏ ਸਨ। ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਹ ਸਮਾਂ ਯੋਗ ਵੇਖ ਕੇ ਉਨ੍ਹਾਂ ਦੀ ਵਿਦਿਆ ਸਿੱਖਿਆ ਦਾ ਉੱਤਮ ਪ੍ਰਬੰਧ ਕਰ ਦਿੱਤਾ। ਗੁਰੂ ਦਰਬਾਰ ਦੇ ਗ੍ਰੰਥੀ ਸਾਹਿਬ ਚੰਦ ਜੀ ਬੜੇ ਗੂੜ੍ਹ ਵਿਦਵਾਨ ਸਨ। ਉਹ ਗੋਬਿੰਦ ਜੀ ਨੂੰ ਗੁਰਮੁਖੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੜ੍ਹਾਈ ਕਰਾਉਣ ਲੱਗੇ। ਬਾਲ ਗੋਬਿੰਦ ਜੀ ਬੜੇ ਚੇਤਨ ਬੁੱਧੀ ਬਾਲਕ ਸਨ। ਉਨ੍ਹਾਂ ਨੇ ਛੇਤੀ ਹੀ ਗੁਰਮੁਖੀ ਵਿੱਚ ਨਿਪੁੰਨਤਾ ਪ੍ਰਾਪਤ ਕਰ ਲਈ ਅਤੇ ਗੁਰੂ ਗ੍ਰੰਥ ਸਾਹਿਬ ਦਾ ਸੁੰਦਰ ਪਾਠ ਕਰਨ ਲੱਗੇ। ਕਈ ਬਾਣੀਆਂ ਉਨ੍ਹਾਂ ਨੇ ਜ਼ਬਾਨੀ ਕੰਠ ਕਰ ਲਈਆਂ। ਇਸ ਤੋਂ ਬਾਅਦ ਕਾਜ਼ੀ ਪੀਰ ਮੁਹੰਮਦ ਸਾਹਿਬ ਗੋਬਿੰਦ ਜੀ ਨੂੰ ਫਾਰਸੀ ਭਾਸ਼ਾ ਦੀ ਤਾਲੀਮ ਦੇਣ ਲੱਗੇ। ਫਾਰਸੀ ਉਸ ਸਮੇਂ ਮੁਗਲ ਦਰਬਾਰ ਦੀ ਸਰਕਾਰੀ ਬੋਲੀ ਸੀ, ਇਸ ਲਈ ਇਸ ਦਾ ਗਿਆਨ ਸਮੇਂ ਦੀ ਲੋੜ ਸੀ। ਫਾਰਸੀ ਤੋਂ ਬਾਅਦ ਬਾਲ ਗੋਬਿੰਦ ਜੀ ਨੇ ਸੰਸਕ੍ਰਿਤ ਅਤੇ ਬ੍ਰਿਜੀ ਭਾਸ਼ਾ ਦੀ ਸਿੱਖਿਆ ਵੀ ਪ੍ਰਾਪਤ ਕਰ ਲਈ। ਪੜ੍ਹਾਈ ਲਿਖਾਈ ਦੇ ਨਾਲ-ਨਾਲ ਗੋਬਿੰਦ ਜੀ ਸ਼ਸਤਰ ਵਿੱਦਿਆ ਤੇ ਘੋੜ ਸਵਾਰੀ ਦੀ ਸਿਖਲਾਈ ਵੀ ਲੈਂਦੇ ਰਹੇ ਅਤੇ ਛੇਤੀ ਹੀ ਇਹਨਾਂ ਵਿੱਚ ਪ੍ਰਬੀਨਤਾ ਪ੍ਰਾਪਤ ਕਰ ਲਈ। ਉਨ੍ਹਾਂ ਨੂੰ ਸ਼ਿਕਾਰ ਖੇਡਣ ਦਾ ਬੜਾ ਸ਼ੌਕ ਸੀ। ਕਈ ਵਾਰ ਸ਼ਿਕਾਰ ਖੇਡਦੇ ਆਪ ਸਾਥੀਆਂ ਨਾਲ ਦੂਰ-ਦੂਰ ਦੀ ਸੈਰ ਕਰ ਆਉਂਦੇ। ਇਵੇਂ ਆਪਣੇ ਜੀਵਨ ਵਿੱਚ ਆਉਣ ਵਾਲੇ ਮਹਾਨ ਕਾਲ ਲਈ ਉਹ ਆਪਣੇ ਆਪ ਨੂੰ ਤਿਆਰ ਕਰਦੇ ਰਹੇ। ਸਾਖੀ ਕਸ਼ਮੀਰੀ ਪੰਡਿਤ। ਜਦ ਤੋਂ ਔਰੰਗਜ਼ੇਬ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਸੀ ਤਾਂ ਉਹ ਹਿੰਦੂਆਂ ਉੱਤੇ ਬਹੁਤ ਜ਼ੁਲਮ ਢਾ ਰਿਹਾ ਸੀ। ਹਿੰਦੂਆਂ ਉੱਤੇ ਕਈ ਪ੍ਰਕਾਰ ਦੇ ਟੈਕਸ ਲਗਾਏ ਗਏ ਸਨ, ਜਦ ਕਿ ਮੁਸਲਮਾਨਾਂ ਨੂੰ ਇਸ ਬਾਰੇ ਛੋਟ ਸੀ। ਉਹ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ। ਜਿਹੜਾ ਆਪਣੇ ਧਰਮ ਬਦਲਣ ਤੋਂ ਨਾ ਕਰਦਾ ਸੀ, ਉਸ ਨੂੰ ਕਤਲ ਕਰ ਦਿੱਤਾ ਜਾਂਦਾ ਸੀ। ਹਿੰਦੂਆਂ ਵਿੱਚ ਬ੍ਰਾਹਮਣ ਉੱਚੀ ਜਾਤੀ ਦੇ ਮੰਨੇ ਗਏ ਸਨ। ਇਸ ਲਈ ਉਸ ਦਾ ਮਤ ਸੀ ਜੇ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ ਲਿਆ ਜਾਏ ਤਾਂ ਬਾਕੀ ਹਿੰਦੂ ਆਪਣੇ ਆਪ ਮੁਸਲਮਾਨ ਬਣ ਜਾਣਗੇ। ਉਸ ਵੇਲੇ ਸਭ ਤੋਂ ਉੱਚੇ ਬ੍ਰਾਹਮਣ ਕਸ਼ਮੀਰੀ ਪੰਡਿਤ ਸਮਝੇ ਜਾਂਦੇ ਸਨ। ਜੇ ਕਸ਼ਮੀਰੀ ਪੰਡਿਤਾਂ ਨੂੰ ਮੁਸਲਮਾਨ ਬਣਾ ਲਿਆ ਜਾਂਦਾ ਤਾਂ ਸਾਰੇ ਹਿੰਦੂਆਂ ਨੇ ਸਹਿਜੇ ਹੀ ਇਸਲਾਮ ਕਬੂਲ ਕਰ ਲੈਣਾ ਸੀ। ਇਸ ਲਈ ਔਰੰਗਜ਼ੇਬ ਨੇ ਕਸ਼ਮੀਰ ਦੇ ਸੂਬੇ ਨੂੰ ਹੁਕਮ ਦਿੱਤਾ ਕਿ ਉਹ ਕਸ਼ਮੀਰੀ ਬ੍ਰਾਹਮਣਾਂ ਉੱਤੇ ਸਖਤੀ ਕਰੇ ਅਤੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰੋ। ਸੂਬਾ ਕਸ਼ਮੀਰ ਨੇ ਜਦ ਸਾਰੇ ਪੰਡਿਤਾਂ ਨੂੰ ਔਰੰਗਜ਼ੇਬ ਦਾ ਹੁਕਮ ਸੁਣਾਇਆ ਤਾਂ ਉਨ੍ਹਾਂ ਨੇ ਸੋਚਣ ਵਾਸਤੇ 6 ਮਹੀਨੇ ਦੀ ਮੁਹਲਤ ਮੰਗੀ। ਸੂਬੇ ਨੇ ਮੁਹਲਤ ਤਾਂ ਦੇ ਦਿੱਤੀ ਪਰ ਨਾਲ ਇਹ ਵੀ ਕਹਿ ਦਿੱਤਾ ਕਿ 6 ਮਹੀਨੇ ਬਾਅਦ ਸਭ ਨੂੰ ਇਸਲਾਮ ਪ੍ਰਵਾਨ ਕਰਨਾ ਪਵੇਗਾ। ਕਸ਼ਮੀਰੀ ਪੰਡਿਤ ਹੁਣ ਬੜੀ ਮੁਸ਼ਕਲ ਵਿੱਚ ਫਸ ਗਏ। ਉਹ 5 ਮਹੀਨੇ ਤੱਕ ਭੱਜ-ਨਾਟ ਕਰਦੇ ਰਹੇ ਪਰ ਉਨ੍ਹਾਂ ਦਾ ਮਸਲਾ ਹੱਲ ਨਾ ਹੋ ਸਕਿਆ। ਉਹ ਸਾਰੇ ਪਹਾੜੀ ਰਾਜਿਆਂ ਨੂੰ ਵੀ ਮਿਲੇ ਪਰ ਉਹ ਕਿਸੇ ਪ੍ਰਕਾਰ ਦੀ ਵੀ ਮਦਦ ਕਰਨ ਨੂੰ ਤਿਆਰ ਨਹੀਂ ਸਨ। ਇਸੇ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਈਰਖਾ ਰੱਖਣ ਵਾਲੇ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਇਹ ਸਲਾਹ ਜ਼ਰੂਰ ਦੇ ਦਿੱਤੀ ਕਿ ਉਹ ਸਿੱਖਾਂ ਦੇ 9ਵੇਂ ਗੁਰੂ ਜੀ ਪਾਸ ਜਾਣ। ਉਹ ਬਹੁਤ ਕਿਰਪਾਲੂ ਅਤੇ ਦਿਆਲੂ ਹਨ, ਤੁਹਾਡੀ ਮਦਦ ਜ਼ਰੂਰ ਕਰਨਗੇ। ਇਸ ਲਈ ਕਸ਼ਮੀਰੀ ਪੰਡਿਤਾਂ ਦਾ ਪ੍ਰਤੀਨਿਧ ਮੰਡਲ ਆਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਆ ਮਿਲਿਆ ਅਤੇ ਆਪਣੇ ਦੁੱਖ ਦੀ ਸਾਰੀ ਵਿਥਿਆ ਸੁਣਾਈ। ਗੁਰੂ ਸਾਹਿਬ ਡੂੰਘੀਆਂ ਸੋਚਾਂ ਵਿੱਚ ਡੁੱਬ ਗਏ। ਉਨ੍ਹਾਂ ਸਾਹਮਣੇ ਹੁਣ ਇਹ ਸਵਾਲ ਸੀ ਕਿ ਜੇ ਉਹ ਇਹਨਾਂ ਦੇ ਮਸਲੇ ਦਾ ਹੱਲ ਨਹੀਂ ਦੱਸਣਗੇ ਤਾਂ ਇਹ ਸਾਰੇ ਮੁਸਲਮਾਨ ਬਣ ਜਾਣਗੇ ਅਤੇ ਬਾਕੀ ਹਿੰਦੂ ਕੌਮ ਤਾਂ ਅੱਗੇ ਹੀ ਡੂੰਘੀ ਖਾਈ ਵਿੱਚ ਡਿੱਗ ਚੁੱਕੀ ਹੈ। ਉਹ ਵੀ ਇਹਨਾਂ ਵਾਂਗ ਆਪਣੇ ਧਰਮ ਨੂੰ ਤਿਆਗਣ ਵਿੱਚ ਕੋਈ ਉਜਰ ਨਹੀਂ ਕਰਨਗੇ। ਇਸ ਲਈ ਉਨ੍ਹਾਂ ਨੇ ਸੋਚ ਕੇ ਕਿਹਾ, ਭਾਈ ਲੋਕੋ, ਇਹ ਸੰਕਟ ਤਦ ਹੀ ਟਲ ਸਕਦਾ ਹੈ ਜੇ ਇਸ ਦਾ ਵਿਰੋਧ ਕੀਤਾ ਜਾਵੇ, ਇਸ ਦਾ ਮੁਕਾਬਲਾ ਕੀਤਾ ਜਾਵੇ ਜਾਂ ਕੋਈ ਮਹਾਨ ਪੁਰਖ ਇਸ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਏ ਅਤੇ ਆਪਣੇ ਸੀਸ ਦੀ ਬਲੀ ਦੇਣ ਤੋਂ ਵੀ ਨਾ ਘਬਰਾਏ। ਸਾਹਿਬਜ਼ਾਦਾ ਗੋਬਿੰਦ ਰਾਏ ਵੀ ਉਸ ਸਮੇਂ ਆਪਣੇ ਗੁਰਦੇਵ ਪਿਤਾ ਜੀ ਪਾਸ ਬੈਠੇ ਸਨ। ਉਸ ਸਮੇਂ ਉਨ੍ਹਾਂ ਦੀ ਉਮਰ 9 ਸਾਲ ਦੇ ਕਰੀਬ ਸੀ। ਉਹ ਕਸ਼ਮੀਰੀ ਪੰਡਿਤਾਂ ਦੇ ਦੁੱਖ ਦੀ ਕਹਾਣੀ ਅਤੇ ਆਪਣੇ ਗੁਰਦੇਵ ਪਿਤਾ ਜੀ ਦਾ ਉੱਤਰ ਵੀ ਸੁਣ ਚੁੱਕੇ ਸਨ। ਸਭ ਕੁਝ ਸੁਣ ਕੇ ਉਹ ਬੋਲੇ, ਤੁਹਾਡੇ ਨਾਲੋਂ ਵੱਡਾ ਹੋਰ ਕਿਹੜਾ ਮਹਾਂਪੁਰਖ ਹੋ ਸਕਦਾ ਹੈ। ਗੁਰੂ ਤੇਗ ਬਹਾਦਰ ਜੀ ਭਾਵੇਂ ਆਪਣੇ ਆਪ ਨੂੰ ਬਹੁਤ ਵੱਡਾ ਮਹਾਂਪੁਰਖ ਨਹੀਂ ਸਨ ਸਮਝਦੇ ਪਰ ਆਪਣੇ ਸਪੁੱਤਰ ਦੀ ਗੱਲ ਸੁਣ ਕੇ ਪ੍ਰਸੰਨ ਹੋ ਗਏ। ਉਨ੍ਹਾਂ ਕਸ਼ਮੀਰੀ ਪੰਡਿਤਾਂ ਨੂੰ ਕਿਹਾ, ਜਾਓ, ਸੂਬੇ ਨੂੰ ਕਹਿ ਦਿਓ ਜੇ ਔਰੰਗਜ਼ੇਬ ਗੁਰੂ ਤੇਗ ਬਹਾਦਰ ਜੀ ਨੂੰ ਧਰਮ ਬਦਲੀ ਲਈ ਰਾਜ਼ੀ ਕਰ ਸਕਦਾ ਹੈ ਤਾਂ ਉਹ ਸਾਰੇ ਆਪਣਾ ਧਰਮ ਬਦਲ ਲੈਣਗੇ ਅਤੇ ਖੁਸ਼ੀ-ਖੁਸ਼ੀ ਇਸਲਾਮ ਕਬੂਲ ਕਰ ਲੈਣਗੇ। ਕਸ਼ਮੀਰੀ ਪੰਡਿਤ ਖੁਸ਼ ਹੋ ਗਏ। ਗੁਰੂ ਸਾਹਿਬ ਅੱਗੇ ਮੱਥਾ ਟੇਕ ਕੇ ਉਹ ਚਲਦੇ ਬਣੇ। ਪਰ ਆਨੰਦਪੁਰ ਸਾਹਿਬ ਵਿੱਚ ਜਿਹੜਾ ਆਨੰਦ ਦਾ ਪਰਵਾਹ ਚੱਲਦਾ ਸੀ, ਉਸ ਵਿੱਚ ਵਿਘਨ ਪੈ ਗਿਆ।
ਗੁਰੂ ਸਾਹਿਬ ਨੇ ਉਸ ਸਮੇਂ ਤੋਂ ਹੀ ਦਿੱਲੀ ਪੁੱਜਣ ਦੀ ਤਿਆਰੀ ਕਰ ਦਿੱਤੀ। ਕੁਝ ਦਿਨਾਂ ਪਿੱਛੋਂ ਹੀ ਆਪਣੇ 94 ਸਿੱਖਾਂ ਨੂੰ ਨਾਲ ਲੈ ਕੇ ਉਹ ਦਿੱਲੀ ਵੱਲ ਚੱਲ ਪਏ। ਸਾਖੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ। ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵੇ ਦੇਸ਼ ਵਿੱਚੋਂ ਹੁੰਦੇ ਹੋਏ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਦਿੱਲੀ ਵੱਲ ਚੱਲ ਪਏ। ਔਰੰਗਜ਼ੇਬ ਨੇ ਕਸ਼ਮੀਰ ਦੇ ਗਵਰਨਰ ਦੀ ਰਿਪੋਰਟ ਪੜ੍ਹਦਿਆਂ ਹੀ ਗੁਰੂ ਸਾਹਿਬ ਨੂੰ ਕੈਦ ਕਰਨ ਵਾਸਤੇ ਹੁਕਮ ਦੇ ਦਿੱਤਾ। ਸਿਪਾਹੀ ਜਦ ਕੈਦ ਕਰਨ ਆਨੰਦਪੁਰ ਸਾਹਿਬ ਆਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਪਹਿਲਾਂ ਹੀ ਦਿੱਲੀ ਵੱਲ ਚਲੇ ਗਏ ਹਨ। ਗੁਰੂ ਸਾਹਿਬ ਦੇ ਪਹਿਲਾਂ ਚੱਲਣ ਦਾ ਅਸਲ ਕਾਰਨ ਇਹ ਸੀ ਕਿ ਕਿਸੇ ਤਰ੍ਹਾਂ ਪਹਿਲਾਂ ਔਰੰਗਜ਼ੇਬ ਨਾਲ ਮਿਲ ਕੇ ਗੱਲ ਕੀਤੀ ਜਾਵੇ ਅਤੇ ਉਸ ਨੂੰ ਅਜਿਹਾ ਜ਼ੁਲਮ ਕਰਨ ਤੋਂ ਰੋਕਿਆ ਜਾਵੇ। ਪਰ ਔਰੰਗਜ਼ੇਬ ਉਸ ਸਮੇਂ ਦਿੱਲੀ ਨਹੀਂ ਸੀ। ਉਹ ਉਸ ਸਮੇਂ ਰਾਵਲਪਿੰਡੀ ਵੱਲ ਪਠਾਣਾਂ ਨੂੰ ਸੋਧਣ ਗਿਆ ਹੋਇਆ ਸੀ। ਗੁਰੂ ਜੀ ਪ੍ਰਚਾਰ ਕਰਦੇ ਕਰਦੇ ਜਦ ਆਗਰੇ ਪੁੱਜੇ ਤਾਂ ਉੱਥੇ ਸਾਥੀਆਂ ਸਮੇਤ ਕੈਦ ਕਰ ਲਏ ਗਏ ਅਤੇ ਉਹਨਾਂ ਨੂੰ ਦਿੱਲੀ ਲਿਆਂਦਾ ਗਿਆ। ਦਿੱਲੀ ਪਹੁੰਚ ਕੇ ਗੁਰੂ ਜੀ ਨੇ ਨਗਰ ਦੇ ਬਾਹਰ ਇੱਕ ਬਗੀਚੀ ਵਿੱਚ ਜਾ ਉਤਾਰਾ ਕੀਤਾ। ਬਾਦਸ਼ਾਹ ਨੂੰ ਉਹਨਾਂ ਦੇ ਆਉਣ ਦੀ ਖਬਰ ਮਿਲ ਗਈ ਸੀ। ਉਸਨੇ ਆਪਣੇ ਸਿਪਾਹੀ ਬਗੀਚੀ ਦੇ ਦੁਆਲੇ ਨਿਯਤ ਕਰ ਦਿੱਤੇ, ਜਾਣੋ ਗੁਰੂ ਜੀ ਨੂੰ ਇੱਕ ਤਰ੍ਹਾਂ ਨਾਲ ਨਜ਼ਰਬੰਦ ਕਰ ਲਿੱਤਾ। ਫਿਰ ਉਸਨੇ ਕੁਝ ਕਾਜ਼ੀ ਤੇ ਮੌਲਵੀ ਗੁਰੂ ਜੀ ਪਾਸ ਭੇਜੇ ਤਾਂ ਜੋ ਉਹ ਗੁਰੂ ਸਾਹਿਬ ਨਾਲ ਧਰਮ ਚਰਚਾ ਕਰਕੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਪ੍ਰੇਰਿਤ ਕਰਨ। ਗੁਰੂ ਜੀ ਦੀ ਉਹਨਾਂ ਮੌਲਵੀਆਂ ਨਾਲ ਕਈ ਦਿਨ ਧਰਮ ਚਰਚਾ ਚੱਲਦੀ ਰਹੀ। ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਸਾਰੇ ਬ੍ਰਹਿਮੰਡ ਦਾ ਖੁਦਾ ਇੱਕ ਹੈ। ਕੇਵਲ ਉਸ ਦੇ ਨਾਂ ਵੱਖ-ਵੱਖ ਧਰਮਾਂ ਵਾਲਿਆਂ ਨੇ ਵੱਖ-ਵੱਖ ਰੱਖ ਲਏ ਹਨ। ਸਾਰੇ ਧਰਮਾਂ ਦੀ ਮੰਜ਼ਿਲ ਵੀ ਇੱਕੋ ਹੈ, ਆਦਰਸ਼ ਵੀ ਇੱਕੋ ਹੈ। ਫਿਰ ਇੱਕ ਧਰਮ ਵਾਲਿਆਂ ਨੂੰ ਦੂਜਾ ਧਰਮ ਧਾਰਨ ਕਰਨ ਲਈ ਮਜਬੂਰ ਕਰਨ ਦਾ ਕੀ ਲਾਭ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰੇਰਨਾ ਜਾਂ ਪਿਆਰ ਨਾਲ ਜੇ ਕੋਈ ਆਪਣਾ ਮਜ਼ਹਬ ਬਦਲ ਲੈਂਦਾ ਹੈ ਤਾਂ ਇਸ ਵਿੱਚ ਕੋਈ ਬੁਰਾਈ ਨਹੀਂ, ਪਰ ਕਿਸੇ ਦਾ ਜ਼ਬਰਦਸਤੀ ਧਰਮ ਬਦਲਣਾ ਪਾਪ ਹੈ। ਸੋ ਤੁਸੀਂ ਆਪਣੇ ਬਾਦਸ਼ਾਹ ਨੂੰ ਸਮਝਾਵੋ ਕਿ ਉਹ ਅਜਿਹਾ ਪਾਪ ਕਰਨਾ ਛੱਡ ਦੇਵੇ। ਮੌਲਵੀਆਂ ਤੇ ਕਾਜ਼ੀਆਂ ਕੋਲੋਂ ਗੁਰੂ ਜੀ ਦੇ ਬਚਨਾਂ ਦਾ ਕੋਈ ਜਵਾਬ ਨਾ ਦਿੱਤਾ ਗਿਆ। ਇਸ ਕਰਕੇ ਉਹ ਹੰਕਾਰੇ ਬੰਦੇ ਚਿੜ ਗਏ ਤੇ ਔਰੰਗਜ਼ੇਬ ਦੇ ਜਾ ਕੰਨ ਪਰੇ ਕਿ ਤੇਗ ਬਹਾਦਰ ਬੜਾ ਅੜੀਅਲ ਹੈ। ਉਹ ਮੁਸਲਮਾਨ ਬਣਨ ਲਈ ਤਿਆਰ ਨਹੀਂ, ਸਗੋਂ ਉਹ ਇਸਲਾਮ ਨੂੰ ਦੂਜੇ ਧਰਮਾਂ ਦੇ ਬਰਾਬਰ ਆਖਦਾ ਹੈ। ਇਹ ਇਸਲਾਮ ਦਾ ਅਪਮਾਨ ਹੈ ਤੇ ਇਸ ਅਪਮਾਨ ਲਈ ਤੇਗ ਬਹਾਦਰ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ। ਔਰੰਗਜ਼ੇਬ ਇਹ ਸੁਣ ਕੇ ਲੋਹਾ ਲਾਖਾ ਹੋ ਗਿਆ। ਉਸ ਦਾ ਸੁਪਨਾ ਟੁੱਟ ਗਿਆ ਸੀ। ਉਸਨੇ ਕੈਰ ਵਿੱਚ ਭਰ ਕੇ ਉਸੇ ਵੇਲੇ ਆਪਣੇ ਜੱਲਾਦ ਭੇਜ ਦਿੱਤੇ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਬਹੁਤ ਤਸੀਹੇ ਦਿੱਤੇ ਕਿ ਉਹ ਇਸਲਾਮ ਕਬੂਲ ਕਰ ਲੈਣ। ਪਰ ਉਹਨਾਂ ਦੇ ਨਾ ਮੰਨਣ ਉੱਤੇ ਉਹਨਾਂ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਅਤੇ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਸਤੀ ਦਾਸ ਦੇ ਸਰੀਰ ਦੇ ਦੁਆਲੇ ਰੂਹ ਬੰਨ੍ਹ ਕੇ ਉਹਨਾਂ ਨੂੰ ਜਿਉਂਦਿਆਂ ਨੂੰ ਸਾੜ ਦਿੱਤਾ ਗਿਆ। ਪਰ ਗੁਰੂ ਤੇਗ ਬਹਾਦਰ ਜੀ ਤੇ ਇਹਨਾਂ ਘਟਨਾਵਾਂ ਦਾ ਕੋਈ ਪ੍ਰਭਾਵ ਨਾ ਪਿਆ। ਉਹ ਜ਼ਰਾ ਪਰ ਨਾ ਡੋਲੇ। ਉਹਨਾਂ ਨੇ ਹਾਕਮਾਂ ਨੂੰ ਇਹੋ ਕਿਹਾ, ਤੁਸੀਂ ਜੋ ਕੁਝ ਕਰਨਾ ਹੈ ਕਰੋ, ਮੈਂ ਆਪਣਾ ਧਰਮ ਬਦਲਣ ਲਈ ਤਿਆਰ ਨਹੀਂ। ਜਦ ਗੁਰੂ ਜੀ ਕਿਸੇ ਤਰ੍ਹਾਂ ਵੀ ਨਾ ਮੰਨੇ ਤਾਂ ਉਹਨਾਂ ਨੂੰ ਉਸ ਥਾਂ ਤੇ ਜਿੱਥੇ ਗੁਰਦੁਆਰਾ ਸੀਸ ਗੰਜ ਹੈ, ਲਿਆ ਕੇ ਸੀਸ ਧੜ ਨਾਲੋਂ ਵੱਖ ਕਰਕੇ ਸ਼ਹੀਦ ਕਰ ਦਿੱਤਾ ਗਿਆ। ਸਾਖੀ ਸੀਸ ਅਤੇ ਧੜ ਦਾ ਸੰਸਕਾਰ। ਜਦ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਵਿਖੇ ਸ਼ਹੀਦ ਕੀਤਾ ਗਿਆ ਅਤੇ ਉਹਨਾਂ ਦਾ ਸੀਸ ਅਤੇ ਧੜ ਵੱਖ-ਵੱਖ ਪਏ ਸਨ, ਤਾਂ ਹਾਕਮਾਂ ਨੇ 4 ਚੁਫੇਰੇ ਪਹਿਰਾ ਲਾ ਦਿੱਤਾ ਤਾਂ ਕਿ ਕੋਈ ਵੀ ਸਿੱਖ ਧੜ ਜਾਂ ਸੀਸ ਨੂੰ ਉਠਾ ਨਾ ਸਕੇ। ਕਈ ਸਿੱਖ ਇਹ ਕੌਤਕ ਵੇਖ ਅਤੇ ਦੁਖੀ ਸਨ, ਪਰ ਇਹਨੇ ਪਹਿਰੇ ਵਿੱਚ ਸੀਸ ਨੂੰ ਚੁੱਕਣ ਦਾ ਕਿਸੇ ਦਾ ਦਾਅ ਨਹੀਂ ਲੱਗ ਰਿਹਾ ਸੀ। ਪਰ ਜਦ ਕੁਝ ਪੀੜ ਹੌਲੀ-ਹੌਲੀ ਤਾਂ ਅਚਨਚੇਤ ਹਵਾ ਦੇ ਵਰੋਲੇ ਵਾਂਗ ਭਾਈ ਜੈਤਾ ਅਤੇ ਭਾਈ ਦੂਲੋ ਸੀਸ ਚੁੱਕ ਕੇ ਇਸ ਤਰ੍ਹਾਂ ਅਲੋਪ ਹੋ ਗਏ ਕਿ ਕਿਸੇ ਸਿਪਾਹੀ ਨੂੰ ਆਵਾਜ਼ ਮਾਰਨ ਦਾ ਵੀ ਮੌਕਾ ਨਾ ਦਿੱਤਾ। ਕੁਝ ਸਮਾਂ ਬਾਅਦ ਜਦ ਉਹਨਾਂ ਨੇ ਸੀਸ ਨਾ ਵੇਖਿਆ ਤੇ 4 ਚੁਫੇਰੇ ਸਿਪਾਹੀ ਭਿਜਵਾਏ। ਉਸ ਸਮੇਂ ਤੱਕ ਭਾਈ ਜੈਤਾ ਅਤੇ ਦੂਲੋ ਦਿੱਲੀ ਵਿੱਚੋਂ ਨਿਕਲ ਚੁੱਕੇ ਸਨ। 2 ਦਿਨ ਅਤੇ 2 ਰਾਤਾਂ ਸਫ਼ਰ ਕਰਦੇ ਉਹ ਕੀਰਤਪੁਰ ਸਾਹਿਬ ਪੁੱਜੇ। ਉੱਥੇ ਜਾ ਕੇ ਉਹਨਾਂ ਨੇ ਸਾਰਾ ਸਮਾਚਾਰ ਆਨੰਦਪੁਰ ਸਾਹਿਬ ਭੇਜਿਆ। ਅਗਲੇ ਦਿਨ ਜਦ ਉਹ ਸੀਸ ਲੈ ਕੇ ਆਨੰਦਪੁਰ ਸਾਹਿਬ ਪੁੱਜੇ ਤਾਂ ਬਾਲਾ ਗੁਰੂ, ਮਾਤਾ ਜੀ ਅਤੇ ਹੋਰ ਸਿੱਖ ਸੰਗਤਾਂ ਅੱਗੇ ਵਧ ਕੇ ਸੀਸ ਲੈਣ ਆਈਆਂ। ਭਾਈ ਜੈਤਾ ਜੀ ਨੇ ਸੀਸ ਬਾਲਾ ਗੁਰੂ ਜੀ ਦੀ ਝੋਲੀ ਪਾਇਆ। ਬਾਲਾ ਪ੍ਰੀਤਮ ਬੜੇ ਦ੍ਰਿੜ ਅਤੇ ਅਡੋਲ ਰਹੇ। ਉਹਨਾਂ ਨੇ ਭਾਈ ਜੈਤਾ ਅਤੇ ਭਾਈ ਦੂਲੋ ਨੂੰ ਥਾਪੜਾ ਦਿੱਤਾ ਅਤੇ ਉਹਨਾਂ ਦੀ ਦਲੇਰੀ ਦੀ ਉਪਮਾ ਕੀਤੀ। ਗੁਰੂ ਸਾਹਿਬ ਦੇ ਸੀਸ ਦਾ ਆਨੰਦਪੁਰ ਵਿਖੇ ਸੰਸਕਾਰ ਕਰ ਦਿੱਤਾ ਗਿਆ।
ਗੁਰੂ ਸਾਹਿਬ ਦੇ ਧੜ ਨੂੰ ਇੱਕ ਲੁਬਾਣਾ ਸਿੱਖ ਲੱਖੀ ਸ਼ਾਹ ਬੜੀ ਹੁਸ਼ਿਆਰੀ ਨਾਲ ਕਪਾਹ ਦੇ ਗੱਡੇ ਵਿੱਚ ਰੱਖ ਕੇ ਲੈ ਗਿਆ ਅਤੇ ਆਪਣੇ ਘਰ ਵਿੱਚ ਜਾ ਕੇ ਚਿਤਾ ਸਜਾ ਕੇ ਆਪਣੇ ਘਰ ਨੂੰ ਅੱਗ ਲਾ ਦਿੱਤੀ। ਇਸ ਤਰ੍ਹਾਂ ਧੜ ਦਾ ਸੰਸਕਾਰ ਹੋ ਗਿਆ। ਗੁਰੂ ਤੇਗ ਬਹਾਦਰ ਜੀ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਆਉਣ ਵਾਲੀ ਭਿਆਨਕ ਮੁਹਿੰਮ ਵਾਸਤੇ ਤਿਆਰ ਕੀਤਾ। ਉਹਨਾਂ ਦਾ ਸਿੱਖਾਂ ਵਾਸਤੇ ਸਭ ਤੋਂ ਵੱਡਾ ਸਬਕ ਸੀ ਉਹਨਾਂ ਦਾ ਸੱਚਾ ਜੀਵਨ ਤੇ ਬੇਖੌਫ ਮੌਤ। ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਆਪਣੇ ਦੇਸ਼ ਅਤੇ ਕੌਮ ਵਾਸਤੇ ਕੁਰਬਾਨੀ ਦੇਣਾ ਇਸ ਦੁਨੀਆ ਵਿੱਚ ਸਭ ਤੋਂ ਉੱਤਮ ਕਿਰਿਆ ਹੈ। ਮੌਤ ਤੋਂ ਡਰਨ ਵਾਲੇ ਜਿਉਂਦੇ ਹੋਏ ਵੀ ਮਰੇ ਹੁੰਦੇ ਹਨ। ਸਾਖੀ ਗੁਰਗੱਦੀ ਦੀ ਬਖਸ਼ਿਸ਼। ਗੁਰੂ ਤੇਗ ਬਹਾਦਰ ਜੀ ਦਿੱਲੀ ਜਾਂਦੇ ਸਮੇਂ ਹੁਕਮ ਕਰ ਗਏ ਸਨ ਕਿ ਸਾਡੇ ਮਗਰੋਂ ਗੁਰਗੱਦੀ ਦੀਆਂ ਜ਼ਿੰਮੇਵਾਰੀਆਂ ਸਾਡਾ ਸਾਹਿਬਜ਼ਾਦਾ ਸੰਭਾਲੇਗਾ। ਉਸ ਹੁਕਮ ਅਨੁਸਾਰ ਆਪ ਦੀ ਸ਼ਹੀਦੀ ਤੋਂ ਕੁਝ ਚਿਰ ਮਗਰ ਸੰਮਤ 1732 ਵਿੱਚ ਸ੍ਰੀ ਗੋਬਿੰਦ ਰਾਏ ਜੀ ਨੂੰ ਗੁਰਗੱਦੀ ਉੱਪਰ ਬਿਠਾਉਣ ਦੀ ਰਸਮ ਕੀਤੀ ਗਈ। ਵੈਸੇ ਆਪ ਜੀ ਦੀ ਗੁਰਿਆਈ ਦਾ ਸਮਾਂ ਤਾਂ 9ਵੀਂ ਪਾਤਸ਼ਾਹੀ ਜੀ ਦੀ ਸ਼ਹੀਦੀ ਵਾਲੇ ਦਿਨ ਮੱਘਰ ਸੁਦੀ 5 ਸੰਮਤ 1732 ਤੋਂ ਹੀ ਆਰੰਭ ਹੋਇਆ। ਬਾਬਾ ਬੁੱਢਾ ਜੀ ਦੀ ਅੰਸ ਵਿੱਚੋਂ ਬਾਬਾ ਰਾਮ ਕੁੰਵਰ ਜੀ ਨੇ ਮਰਿਆਦਾ ਅਨੁਸਾਰ ਆਪ ਜੀ ਨੂੰ ਜਿਗਾ ਕਲਗੀ ਸਜਾ ਕੇ, ਸ੍ਰੀ ਸਾਹਿਬ ਤੇ ਗਾਤਰਾ ਪਹਿਨਾ ਕੇ ਤੇ ਗੁਰਗੱਦੀ ਦਾ ਤਿਲਕ ਦੇ ਕੇ ਗੁਰਿਆਈ ਦੀ ਰਸਮ ਅਦਾ ਕੀਤੀ। ਸਾਖੀ ਫੌਜਾਂ ਦੀ ਭਰਤੀ ਕਰਨੀ। ਔਕੜਾਂ ਅਤੇ ਤਿਆਰੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਖਬਰ ਜਦੋਂ ਪੰਜਾਬ ਪਹੁੰਚੀ ਤਾਂ ਸਿੱਖਾਂ ਵਿੱਚ ਬੜਾ ਜੋਸ਼ ਫੈਲ ਗਿਆ। ਬਾਲ ਗੋਬਿੰਦ ਜੀ ਹੁਣ ਗੁਰਗੱਦੀ ਤੇ ਬਿਰਾਜਮਾਨ ਸਨ ਤੇ ਸਿੱਖਾਂ ਦੀ ਅਗਵਾਈ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਆ ਪਈ ਸੀ। ਉਹਨਾਂ ਨੇ ਸਿੱਖਾਂ ਵਿੱਚ ਪੈਦਾ ਹੋਏ ਇਸ ਜੋਈ ਤੇ ਰੋਹ ਨੂੰ ਸੰਗਠਿਤ ਰੂਪ ਵਿੱਚ ਲਿਆਉਣ ਤੇ ਉਸ ਨੂੰ ਇੱਕ ਵਿਸ਼ੇਸ਼ ਸੇਧ ਦੇਣ ਦਾ ਨਿਸ਼ਚਾ ਕੀਤਾ। ਇਹ ਸੇਧ ਸੀ ਸਿੱਖਾਂ ਨੂੰ ਇੱਕ ਬਲਵਾਨ ਸੈਨਿਕ ਜਥੇਬੰਦੀ ਦਾ ਰੂਪ ਦੇਣਾ। ਗੋਬਿੰਦ ਰਾਏ ਜੀ ਦੀ ਆਯੂ ਭਾਵੇਂ ਕੇਵਲ 9 ਵਰ੍ਹਿਆਂ ਦੀ ਸੀ, ਪਰ ਆਪ ਬੜੇ ਦੂਰਦ੍ਰਿਸ਼ਟਾ ਸਨ। ਆਪ ਨੇ ਇਹ ਜਾਣ ਲਿਆ ਕਿ ਮੁਗਲ ਰਾਜ ਇੱਕ ਸੈਨਿਕ ਰਾਜ ਹੈ। ਸੈਨਾ ਦੇ ਸਹਾਰੇ ਇਹ ਲੋਕਾਂ ਤੇ ਜ਼ੁਲਮ ਕਰਦਾ ਹੈ। ਸੈਨਾ ਦਾ ਮੁਕਾਬਲਾ ਕੋਈ ਸੈਨਿਕ ਸ਼ਕਤੀ ਹੀ ਕਰ ਸਕਦੀ ਹੈ। ਇਸ ਕਰਕੇ ਜ਼ੁਲਮ ਤੇ ਜ਼ਬਰ ਦਾ ਅੰਤ ਕਰਨ ਲਈ ਤਲਵਾਰ ਉਠਾਉਣਾ ਜ਼ਰੂਰੀ ਹੋ ਗਿਆ ਹੈ। ਇਹ ਸੋਚ ਕੇ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਨਿਯਮਤ ਰੂਪ ਵਿੱਚ ਸੈਨਿਕ ਸਿਖਲਾਈ ਦਿਵਾਉਣੀ ਸ਼ੁਰੂ ਕੀਤੀ। ਇਸ ਕੰਮ ਵਿੱਚ ਇੱਕ ਵੱਡੀ ਔਕੜ ਸ਼ਸਤਰਾਂ ਦੀ ਸੀ। ਇਸ ਦੇ ਲਈ ਸਿੱਖ ਸੰਗਤਾਂ ਨੂੰ ਆਗਿਆ ਕੀਤੀ ਗਈ ਕਿ ਅਗੋਂ ਤੋਂ ਗੁਰੂ ਦਰਸ਼ਨਾਂ ਲਈ ਆਉਣ ਦੇ ਸਮੇਂ ਜੇ ਕੋਈ ਭੇਟਾ ਲਿਆਉਣੀ ਹੋਵੇ ਤਾਂ ਇਹ ਵਧੀਆ ਕਿਸਮ ਦੇ ਸ਼ਸਤਰਾਂ ਜਾਂ ਘੋੜਿਆਂ ਦੇ ਰੂਪ ਵਿੱਚ ਹੋਇਆ ਕਰੇ। ਇਸ ਆਗਿਆ ਦੇ ਸਿੱਟੇ ਵਜੋਂ ਗੁਰੂ ਸਾਹਿਬ ਕੋਲ ਹੌਲੀ-ਹੌਲੀ ਵਧੀਆ ਕਿਸਮ ਦੇ ਸ਼ਸਤਰ ਅਤੇ ਉੱਚੀ ਨਸਲ ਦੇ ਘੋੜੇ ਇਕੱਤਰ ਹੋਣ ਲੱਗੇ। ਸੈਨਿਕ ਸਿਖਲਾਈ ਦੇ ਨਾਲ-ਨਾਲ ਸਿੱਖਾਂ ਦਾ ਜੋਸ਼ ਤੇ ਮਨੋਬਲ ਉੱਚਾ ਰੱਖਣ ਲਈ ਗੁਰੂ ਜੀ ਨੇ ਬੀਰ ਰਸੀ ਸਾਹਿਤ ਦੀ ਰਚਨਾ ਕਰਨੀ ਤੇ ਕਰਾਉਣੀ ਸ਼ੁਰੂ ਕੀਤੀ। ਸਾਹਿਤ ਦਾ, ਵਿਸ਼ੇਸ਼ ਕਰਕੇ ਕਵਿਤਾ ਦਾ ਲੋਕਾਂ ਦੇ ਮਨ ਤੇ ਡੂੰਘਾ ਅਸਰ ਹੁੰਦਾ ਹੈ। ਗੁਰੂ ਜੀ ਨੇ ਚੰਡੀ ਦੀ ਵਾਰ ਦੇ ਨਾਂ ਹੇਠ ਇੱਕ ਅਤੀ ਸੁੰਦਰ ਤੇ ਜੋਸ਼ੀਲੀ ਕਾਵਿ ਰਚਨਾ ਕੀਤੀ। ਇਸੇ ਤਰ੍ਹਾਂ ਉਨ੍ਹਾਂ ਦੇ ਦਰਬਾਰ ਦੇ ਵੱਡੇ-ਵੱਡੇ ਕਵੀਆਂ ਪਾਸੋਂ ਵੀ ਬੀਰ ਰਸ ਦੀਆਂ ਭਰੀਆਂ ਉੱਤਮ ਰਚਨਾਵਾਂ ਕਰਵਾਈਆਂ। ਢਾਡੀ ਲੋਕ ਇਹਨਾਂ ਬੀਰ ਰਸੀ ਵਾਰਾਂ ਨੂੰ ਬੜੇ ਜੋਸ਼ੀਲੇ ਢੰਗ ਨਾਲ ਗਾ ਕੇ ਲੋਕਾਂ ਨੂੰ ਸੁਣਾਉਂਦੇ। ਇਸ ਤਰ੍ਹਾਂ ਆਨੰਦਪੁਰ ਦੇ ਸ਼ਾਂਤ ਤੇ ਅਧਿਆਤਮਕ ਵਾਤਾਵਰਣ ਉੱਤੇ ਹੁਣ ਬੀਰਤਾ, ਜੋਸ਼ ਅਤੇ ਉਮਾਹ ਦਾ ਰੰਗ ਚੜ੍ਹ ਪਿਆ। ਸਾਖੀ ਰਾਜਾ ਰਤਨ ਰਾਏ। ਜਿਸ ਸਮੇਂ 9ਵੇਂ ਗੁਰੂ ਆਸਾਮ ਗਏ ਸਨ, ਉਸ ਵੇਲੇ ਆਸਾਮ ਦਾ ਰਾਜਾ ਰਾਮ ਰਾਏ ਆਪ ਜੀ ਦਾ ਸ਼ਰਧਾਲੂ ਬਣਿਆ ਸੀ। ਗੁਰੂ ਜੀ ਦੇ ਵਰ ਤੇ ਉਸ ਦੇ ਘਰ ਪੁੱਤਰ ਰਤਨ ਪੈਦਾ ਹੋਇਆ। ਰਾਜੇ ਨੇ ਉਸ ਦਾ ਨਾਂ ਰਤਨ ਰਾਏ ਰੱਖਿਆ। ਜਦੋਂ ਰਤਨ ਰਾਏ 7 ਸਾਲਾਂ ਦਾ ਹੋਇਆ ਤਾਂ ਉਸ ਦਾ ਪਿਤਾ ਚਲਾਣਾ ਕਰ ਗਿਆ ਤੇ ਉਹ ਗੱਦੀ ਦਾ ਮਾਲਕ ਬਣਿਆ। ਜਦੋਂ ਰਤਨ ਰਾਏ 12 ਵਰ੍ਹਿਆਂ ਦਾ ਸੀ ਤਾਂ ਉਹ ਸੰਨ 1680 ਈਸਵੀ ਵਿੱਚ ਆਪਣੀ ਮਾਤਾ ਨਾਲ ਕਲਗੀਧਰ ਜੀ ਦੇ ਦਰਸ਼ਨਾਂ ਲਈ ਆਨੰਦਪੁਰ ਆਇਆ। ਉਹ ਗੁਰੂ ਜੀ ਲਈ ਬੜੀਆਂ ਕੀਮਤੀ ਤੇ ਅਦੁੱਤੀ ਸੁਗਾਤਾਂ ਲਿਆਇਆ। ਉਨ੍ਹਾਂ ਵਿੱਚੋਂ ਇੱਕ ਖਾਸ ਸੁਗਾਤ ਪ੍ਰਸਾਦੀ ਹਾਥੀ ਸੀ, ਜਿਸ ਦੀ ਸੁੰਡ ਦੇ ਸਿਰੇ ਤੋਂ ਪੁੱਛ ਦੀ ਨੋਕ ਤੱਕ ਚਿੱਟੀ ਧਾਰੀ ਸੀ ਤੇ ਜਿਸ ਨੂੰ ਅਨੇਕਾਂ ਤਰ੍ਹਾਂ ਦੀ ਸੇਵਾ ਕਰਨ ਦੀ ਸਿਖਲਾਈ ਕਰਾਈ ਗਈ ਸੀ। ਇਹ ਹਾਥੀ ਗੁਰੂ ਸਾਹਿਬ ਦੀਆਂ ਜੁੱਤੀਆਂ ਵੀ ਸਾਫ਼ ਕਰਦਾ ਸੀ, ਪਾਉਣ ਵਾਸਤੇ ਪੈਰਾਂ ਅੱਗੇ ਵੀ ਲਿਆ ਧਰਦਾ ਸੀ। ਸੁੰਡ ਵਿੱਚ ਪਾਣੀ ਭਰ ਕੇ ਪੈਰ ਵੀ ਧੋਂਦਾ ਸੀ। ਜੇ ਗੁਰੂ ਸਾਹਿਬ ਤੀਰ ਚਲਾਉਂਦੇ ਸਨ ਤਾਂ ਇਹ ਹਾਥੀ ਵਾਪਿਸ ਫੜ ਲਿਆਉਂਦਾ ਸੀ। ਰਾਤ ਸਮੇਂ ਇਹ ਮਸ਼ਾਲ ਸੁੰਡ ਵਿੱਚ ਫੜ ਕੇ ਅਗਵਾਈ ਕਰਦਾ ਸੀ। ਇਸ ਹਾਥੀ ਦੇ ਸੁੰਡ ਦੇ ਸਿਰੇ ਤੋਂ ਲੈ ਕੇ ਮੱਥੇ ਅਤੇ ਕਮਰ ਉੱਤੋਂ ਦੀ ਹੁੰਦੀ ਹੋਈ ਪੂਛ ਦੇ ਸਿਰੇ ਤੱਕ ਦੁੱਧ ਦੀ ਚਿੱਟੀ ਧਾਰੀ ਸੀ।
ਇਸ ਤੋਂ ਇਲਾਵਾ 5 ਕਲਾ ਸ਼ਸਤਰ ਸੀ, ਬਰਛੀ, ਗੁਰਜ, ਤਲਵਾਰ, ਨੇਜ਼ਾ ਤੇ ਪਿਸਤੌਲ। ਇੱਕ ਚਹੁੰਨ ਪੁਤਲੀਆਂ ਵਾਲੀ ਚੰਨਣ ਦੀ ਚੌਂਕੀ ਸੀ, ਮੋਤੀਆਂ ਦੀ ਮਾਲਾ ਸੀ, ਜਿਗਾ ਕਲਗੀ ਤੇ ਚਾਂਦੀ ਦਾ ਕੀਮਤੀ ਕਟੋਰਾ ਮੀ। ਦਸ਼ਮੇਸ਼ ਜੀ ਨੇ ਰਾਜਾ ਰਤਨ ਰਾਏ ਨੂੰ ਸਿੱਖੀ ਦਾਨ ਤੇ ਨਾਮਦਾਨ ਦੀ ਬਖਸ਼ਿਸ਼ ਕੀਤੀ। ਉਹ 5 ਮਹੀਨੇ ਆਨੰਦਪੁਰ ਟਿਕਿਆ ਰਿਹਾ ਤੇ ਗੁਰੂ ਜੀ ਦੇ ਦਰਸ਼ਨਾਂ ਤੇ ਸੰਗਤ ਦਾ ਆਨੰਦ ਮਾਣਦਾ ਰਿਹਾ। ਸਾਖੀ ਕਾਬਲੀ ਤੰਬੂ। ਉਸ ਸਮੇਂ ਸ਼ਾਮਿਆਨੇ ਅਤੇ ਤੰਬੂ ਬਣਾਉਣ ਵਿੱਚ ਅਫਗਾਨਿਸਤਾਨ ਦਾ ਸ਼ਹਿਰ ਕਾਬਲ ਬਹੁਤ ਪ੍ਰਸਿੱਧ ਸੀ। ਬਾਦਸ਼ਾਹ ਔਰੰਗਜ਼ੇਬ ਨੇ ਇੱਕ ਬਹੁਤ ਵਧੀਆ ਤੇ ਸੁੰਦਰ ਤੰਬੂ ਮੰਗਵਾਇਆ, ਜਿਸ ਨੂੰ ਵੇਖਣ ਵਾਸਤੇ ਵੀ ਕਈ ਲੋਕ ਤਰਸਦੇ ਸਨ। ਉਸ ਉੱਤੇ ਸੋਨੇ ਅਤੇ ਚਾਂਦੀ ਦੇ ਤਿੱਲੇ ਨਾਲ ਕਈ ਪ੍ਰਕਾਰ ਦੇ ਵੇਲ, ਬੂਟੇ, ਪੰਛੀ, ਜਾਨਵਰ ਅਤੇ ਦਰਿਸ਼ ਬਣਾਏ ਗਏ ਸਨ। ਜਦ ਦਿੱਲੀ ਦੇ ਸਿੱਖਾਂ ਨੇ ਉਸ ਤੰਬੂ ਨੂੰ ਵੇਖਿਆ ਤਾਂ ਉਹਨਾਂ ਨੇ ਕਾਬਲ ਦੇ ਸਿੱਖਾਂ ਨੂੰ ਲਿਖਿਆ ਕਿ ਉਹ ਇੱਕ ਵਧੀਆ ਤੰਬੂ ਗੁਰੂ ਜੀ ਲਈ ਬਣਾ ਕੇ ਭੇਜਣ। ਕਾਬਲ ਵਿੱਚ ਇੱਕ ਬਹੁਤ ਅਮੀਰ ਆਦਮੀ ਰਹਿੰਦਾ ਸੀ, ਜਿਸ ਦਾ ਨਾਂ ਦੁਨੀ ਚੰਦ ਸੀ। ਜਦ ਦੁਨੀ ਚੰਦ ਨੇ ਤੰਬੂ ਬਣਾਉਣਾ ਆਰੰਭ ਕੀਤਾ ਤਾਂ ਉੱਥੋਂ ਦੇ 2 ਹੋਰ ਸਿੱਖਾਂ ਨੂੰ ਉਸ ਦੀ ਸਹਾਇਤਾ ਕੀਤੀ ਅਤੇ ਤੰਬੂ ਵਿੱਚ ਇੰਨੀ ਵਧੀਆ ਚਿੱਤਰਕਾਰੀ ਕੀਤੀ ਕਿ ਉਹ ਬਾਦਸ਼ਾਹ ਦੇ ਤੰਬੂ ਨਾਲੋਂ ਕਈ ਗੁਣਾ ਵਧੀਆ ਸੀ। ਇਹ ਆਕਾਰ ਵਿੱਚ ਵੀ ਏਡਾ ਵੱਡਾ ਸੀ ਕਿ ਇਸ ਵਿੱਚ ਗੁਰੂ ਸਾਹਿਬ ਦਾ ਦਰਬਾਰ ਵੀ ਲੱਗ ਸਕਦਾ ਸੀ। ਸੰਨ 1680 ਈਸਵੀ ਵਿੱਚ ਵਿਸਾਖੀ ਦੇ ਸਮੇਂ ਕਾਬਲ, ਕੰਧਾਰ, ਗਜ਼ਨੀ ਆਦਿ ਦੇਸ਼ਾਂ ਅਤੇ ਆਪਣੇ ਦੇਸ਼ ਤੋਂ ਬਹੁਤ ਸੰਗਤ ਗੁਰੂ ਜੀ ਦੇ ਦਰਸ਼ਨਾਂ ਨੂੰ ਆਈ। ਉਹ ਆਪਣੇ ਨਾਲ ਬਹੁਤ ਸੁਗਾਤਾਂ ਲਿਆਏ। ਇਨ੍ਹਾਂ ਸੁਗਾਤਾਂ ਵਿੱਚ ਕਾਬਲੀ ਤੰਬੂ, ਈਰਾਨੀ ਕਾਲੀਨ, ਤੁੱਸੇ, ਗਲੀਚੇ ਅਤੇ ਚਾਦਰਾਂ ਸ਼ਾਮਲ ਸਨ। ਸਾਖੀ ਨਾਹਨ। ਆਨੰਦਪੁਰ ਦਾ ਨਗਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਰਿਆਸਤ ਕਾਹਲੂਰ ਦੇ ਰਾਜੇ ਭੀਮ ਚੰਦ ਪਾਸੋਂ ਜ਼ਮੀਨ ਮੁੱਲ ਲੈ ਕੇ ਵਸਾਇਆ ਸੀ। ਉਹ ਆਨੰਦਪੁਰ ਨੂੰ ਆਪਣੇ ਅਧੀਨ ਸਮਝਦਾ ਸੀ। ਦਸਮ ਗੁਰੂ ਜੀ ਦਾ ਵੱਧਦਾ ਤੇਜ ਪ੍ਰਤਾਪ ਅਤੇ ਠਾਠ ਬਾਠ ਵੇਖ ਕੇ ਭੀਮ ਚੰਦ ਦਿਲ ਵਿੱਚ ਬੜਾ ਸੜਦਾ ਸੀ। ਉਸਨੂੰ ਅੰਦਰੋਂ ਡਰ ਵੀ ਲੱਗਦਾ ਸੀ ਕਿ ਗੁਰੂ ਜੀ ਤਾਕਤ ਫੜ ਕੇ ਕਿਧਰੇ ਉਹਦੀ ਰਿਆਸਤ ਤੇ ਹੀ ਕਬਜ਼ਾ ਨਾ ਕਰ ਲੈਣ। ਇਸ ਕਰਕੇ ਉਹ ਉਹਨਾਂ ਦੀ ਸ਼ਕਤੀ ਨੂੰ ਟੋਹਣ ਲਈ ਕੋਈ ਨਾ ਕੋਈ ਛੇੜਖਾਨੀ ਕਰਦਾ ਰਹਿੰਦਾ ਸੀ। ਇੱਧਰ ਗੁਰੂ ਜੀ ਅਮਨ ਤੇ ਸ਼ਾਂਤੀ ਦੇ ਚਾਹਵਾਨ ਸਨ, ਤਾਂ ਜੋ ਸਿੱਖ ਕੌਮ ਨੂੰ ਉਸਾਰੂ ਕਾਰਜਾਂ ਲਈ ਤਿਆਰ ਕਰ ਸਕਣ। ਉਹ ਭੀਮ ਚੰਦ ਨਾਲ ਕਿਸੇ ਜੰਗ ਵਿੱਚ ਉਲਝਣਾ ਨਹੀਂ ਸਨ ਚਾਹੁੰਦੇ, ਪਰ ਨਾਲ ਹੀ ਉਹਦੀ ਈਨ ਵੀ ਮੰਨਣ ਲਈ ਉਹ ਤਿਆਰ ਨਹੀਂ ਸਨ। ਇਸ ਲਈ ਜਦੋਂ ਉਹਨਾਂ ਨੇ ਸੁਣਿਆ ਕਿ ਭੀਮ ਚੰਦ ਗੁਆਂਢੀ ਰਾਜਿਆਂ ਨੂੰ ਉਹਨਾਂ ਦੇ ਵਿਰੁੱਧ ਭੜਕਾਉਣ ਤੇ ਯੁੱਧ ਵਾਸਤੇ ਆਪਣੇ ਨਾਲ ਗੰਢਣ ਦੇ ਯਤਨ ਕਰ ਰਿਹਾ ਹੈ, ਤਾਂ ਆਪ ਨੇ ਵੀ ਫੌਜੀ ਤਿਆਰੀ ਦਾ ਕੰਮ ਤੇਜ਼ ਕਰ ਦਿੱਤਾ। ਪਹਾੜ ਦੀ ਇੱਕ ਹੋਰ ਰਿਆਸਤ ਨਾਹਨ ਦਾ ਰਾਜਾ ਮੇਦਨੀ ਪ੍ਰਕਾਸ਼ ਗੁਰੂ ਜੀ ਦਾ ਬੜਾ ਸ਼ਰਧਾਲੂ ਸੀ। ਉਸ ਦੀ ਸ੍ਰੀਨਗਰ ਦੇ ਰਾਜੇ ਫਤਿਹ ਚੰਦ ਨਾਲ ਕੁਝ ਖੁੜਬਾ ਖੜਬੀ ਚਲਦੀ ਸੀ। ਉਸਨੇ ਸੋਚਿਆ ਕਿ ਜੇ ਗੁਰੂ ਜੀ ਮੇਰੀ ਰਿਆਸਤ ਵਿੱਚ ਆ ਟਿਕਣ ਤਾਂ ਇੱਕ ਪਾਸੇ ਉਹਨਾਂ ਨੂੰ ਅਮਨ ਤੇ ਇਕਾਂਤ ਮਿਲ ਜਾਏਗਾ ਤੇ ਦੂਜੇ ਪਾਸੇ ਫਤਿਹ ਚੰਦ ਦੇ ਵਿਰੁੱਧ ਮੇਰਾ ਪੱਖ ਪਰਾ ਹੋ ਜਾਏਗਾ। ਇਹ ਸੋਚ ਕੇ ਉਸਨੇ ਗੁਰੂ ਜੀ ਪਾਸ ਬੇਨਤੀ ਕਰ ਭੇਜੀ ਕਿ ਕੁਝ ਚਿਰ ਮੇਰੇ ਪਾਸ ਆ ਟਿਕੋ। ਗੁਰੂ ਜੀ ਵੀ ਸਾਹਿਤ ਰਚਨਾ ਤੇ ਸੈਨਿਕ ਤਿਆਰੀ ਲਈ ਸ਼ਾਂਤੀ ਤੇ ਇਕਾਂਤ ਚਾਹੁੰਦੇ ਸਨ, ਇਸ ਲਈ ਉਹ ਰਾਜਾ ਮੇਦਾਨੀ ਪ੍ਰਕਾਸ਼ ਦੀ ਬੇਨਤੀ ਮੰਨ ਕੇ ਨਾਹਨ ਵੱਲ ਗਏ। ਰਾਜੇ ਨੇ ਬੜੇ ਆਦਰ ਨਾਲ ਆਪ ਦਾ ਸਵਾਗਤ ਕੀਤਾ ਤੇ ਆਪਣੇ ਮਹਿਲਾਂ ਵਿੱਚ ਆਪ ਦਾ ਉਤਾਰਾ ਕੀਤਾ। ਨਾਹਨ ਰਹਿੰਦੇ ਹੋਏ ਆਪ ਨੇ ਰਾਜੇ ਨਾਲ ਪਰਬਤਾਂ ਦੀ ਸੈਰ ਕੀਤੀ ਤੇ ਸ਼ਿਕਾਰ ਖੇਡਣ ਜਾਂਦੇ ਰਹੇ। ਰਾਜਾ ਮੇਦਾਨੀ ਪ੍ਰਕਾਸ਼ ਦੀ ਬੇਨਤੀ ਤੇ ਗੁਰੂ ਜੀ ਨੇ ਕਿਆਰਦੂਨ ਵਿੱਚ ਜਮਨਾ ਦੇ ਕੰਢੇ ਤੇ ਪਾਉਂਟਾ ਨਗਰ ਵਸਾਇਆ। ਇਹ ਬੜਾ ਰਮਣੀਕ ਸਥਾਨ ਸੀ। ਇੱਥੇ ਰਹਿੰਦੇ ਹੋਏ ਆਪ ਨੇ ਸਾਹਿਤ ਰਚਨਾ ਦਾ ਕਾਰਜ ਸਰਗਰਮੀ ਨਾਲ ਅਗਾਂਹ ਤੋਰਿਆ। ਇੱਥੇ ਨਿਵਾਸ ਦੇ ਦੌਰਾਨ ਸ੍ਰੀਨਗਰ ਦਾ ਰਾਜਾ ਫਤਿਹ ਸ਼ਾਹ ਆਪ ਦੇ ਦਰਸ਼ਨਾਂ ਨੂੰ ਆਇਆ। ਗੁਰੂ ਜੀ ਨੇ ਰਾਜਾ ਮੇਦਾਨੀ ਪ੍ਰਕਾਸ਼ ਤੇ ਰਾਜਾ ਫਤਿਹ ਸ਼ਾਹ ਦੋਹਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਵੈਰ ਹਟਾਇਆ ਤੇ ਮਿੱਤਰਤਾ ਬਣਾਈ। ਰਾਜਾ ਫਤਿਹ ਸ਼ਾਹ ਨੇ ਮੇਦਾਨੀ ਪ੍ਰਕਾਸ਼ ਦਾ ਦਬਾਇਆ ਹੋਇਆ ਇਲਾਕਾ ਉਸਨੂੰ ਵਾਪਸ ਦੇ ਦਿੱਤਾ। ਸਾਖੀ ਸ੍ਰੀ ਰਾਮ ਰਾਏ ਨਾਲ ਮੁਲਾਕਾਤ। 7ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰ ਰਾਏ ਸਾਹਿਬ ਦਾ ਸਪੁੱਤਰ ਸ੍ਰੀ ਰਾਮ ਰਾਏ ਪਾਉਂਟੇ ਦੇ ਨੇੜੇ ਡੇਰਾਦੂਨ ਵਿਖੇ ਰਹਿੰਦਾ ਸੀ। ਉਹ ਗੁਰੂ ਘਰ ਤੋਂ ਛੇਕਿਆ ਹੋਇਆ ਸੀ। ਗੁਰੂ ਜੀ ਦਾ ਤੇਜ ਪ੍ਰਤਾਪ ਤੇ ਫੌਜੀ ਤਿਆਰੀ ਵੇਖ ਕੇ ਉਸਨੂੰ ਡਰ ਪਾਸਿਆ ਕਿ ਗੁਰੂ ਜੀ ਕਿਤੇ ਮੇਰੇ ਤੇ ਨਾ ਵਾਰ ਕਰਨ। ਉਸਦੇ ਮਸੰਦ ਵੀ ਉਸਦੇ ਵਿਰੁੱਧ ਹੋ ਰਹੇ ਸਨ। ਸੋਚ-ਸਾਚ ਕੇ ਉਸਨੇ ਗੁਰੂ ਜੀ ਨਾਲ ਮੁਲਾਕਾਤ ਕਰਨ ਦਾ ਨਿਸ਼ਚਾ ਕੀਤਾ। ਪਰ ਉਹ ਆਪ ਗੁਰੂ ਬਣਿਆ ਬੈਠਾ ਸੀ।
ਜੇ ਉਹ ਗੁਰੂ ਜੀ ਨੂੰ ਮਿਲਣ ਆਉਂਦਾ ਤਾਂ ਉਸ ਦੇ ਚੇਲੇ ਉਸ ਨਾਲ ਵਿਗੜ ਖਲੋਂਦੇ। ਉਹ ਇਹ ਵੀ ਯੋਗ ਨਹੀਂ ਸੀ ਸਮਝਦਾ ਕਿ ਗੁਰੂ ਜੀ ਮੈਨੂੰ ਦਰਸ਼ਨ ਦੇਣ ਲਈ ਮੇਰੇ ਨਿਵਾਸ ਤੇ ਚੱਲ ਕੇ ਆਉਣ। ਇਸ ਲਈ ਉਸਨੇ ਦਰਿਆ ਜਮਨਾ ਵਿੱਚ ਇੱਕ ਬੇੜੀ ਅੰਦਰ ਗੁਰੂ ਜੀ ਨਾਲ ਭੇਟ ਕੀਤੀ। ਉਸਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮੈਂ ਬੇਰਦ ਹੋ ਚੁੱਕਾ ਹਾਂ। ਮੇਰੇ ਬਾਅਦ ਮੇਰੀ ਪਤਨੀ ਦੇ ਸਿਰ ਤੇ ਆਪ ਹੱਥ ਰੱਖਣਾ। ਗੁਰੂ ਜੀ ਨੇ ਰਾਮ ਰਾਏ ਦੀ ਬੇਨਤੀ ਮੰਨ ਲਈ। ਕੁਝ ਸਮਾਂ ਪਿੱਛੋਂ ਇੱਕ ਦਿਨ ਰਾਮ ਰਾਏ ਸਮਾਧੀ ਵਿੱਚ ਲੀਨ ਸੀ। ਮਸੰਦਾ ਨੇ ਉਸ ਨੂੰ ਮੁਰਦਾ ਆਖ ਕੇ ਫੂਕ ਦਿੱਤਾ। ਗੁਰੂ ਜੀ ਦੇਹਰਾਦੂਨ ਗਏ। ਆਪ ਨੇ ਉਸ ਦੀ ਸੁਪਤਨੀ ਮਾਈ ਪੰਜਾਬ ਕੌਰ ਨੂੰ ਤਰਵਾਸ ਦਿੱਤੀ ਅਤੇ ਵਿਗੜੇ ਹੋਏ ਮਸੰਦਾ ਨੂੰ ਚੰਗੀ ਤਰ੍ਹਾਂ ਸੋਧਿਆ। ਪਾਉਂਟੇ ਵਿੱਚ ਚੰਗੀਆਂ ਰੌਣਕਾਂ ਲੱਗ ਗਈਆਂ। ਇੱਥੇ ਧਰਮ ਪ੍ਰਚਾਰ ਵੀ ਹੁੰਦਾ, ਸਾਹਿਤ ਰਚਨਾ ਵੀ ਹੁੰਦੀ ਅਤੇ ਸੈਨਿਕ ਸਿਖਲਾਈ ਵੀ ਕਰਾਈ ਜਾਂਦੀ। ਦੂਰ ਦੂਰ ਤੋਂ ਸੰਗਤਾਂ, ਸਾਧੂ, ਵਿਦਵਾਨ ਅਤੇ ਸੂਰਮੇ ਆਉਂਦੇ ਅਤੇ ਦਰਸ਼ਨ ਕਰਕੇ ਨਿਹਾਲ ਹੁੰਦੇ। ਸਾਖੀ ਵਿਆਹ ਅਤੇ ਸੰਤਾਨ। ਵਿਦਵਾਨਾਂ ਦਾ ਮਤ ਹੈ ਕਿ ਦਸਮ ਗੁਰੂ ਜੀ ਦੇ 3 ਵਿਆਹ ਹੋਏ ਸਨ। ਆਪ ਦਾ ਪਹਿਲਾ ਵਿਆਹ ਲਾਹੌਰ ਦੇ ਰਹਿਣ ਵਾਲੇ ਸ੍ਰੀ ਹਰਜਸ ਸੁਪਿਖੀਏ ਖੱਤਰੀ ਦੀ ਸਪੁੱਤਰੀ ਮਾਤਾ ਜੀਤੋ ਜੀ ਨਾਲ ਸੰਮਤ 1734 ਵਿੱਚ ਹੋਇਆ। ਸ੍ਰੀ ਹਰਿਜਸ ਦੀ ਇੱਛਾ ਸੀ ਕਿ ਆਪ ਰੀਤ ਅਨੁਸਾਰ ਸ੍ਰੀ ਦਸਮੇਸ਼ ਜੀ ਜਨ ਨਾਲ ਲਾਹੌਰ ਟੁਕਣ। ਪਰ ਗੁਰੂ ਜੀ ਨੇ ਜਿਹੜੇ ਮਹਾਨ ਕਾਰਜ ਸ਼ੁਰੂ ਕੀਤੇ ਹੋਏ ਸਨ, ਉਨ੍ਹਾਂ ਦੇ ਰੁਝੇਵਿਆਂ ਕਾਰਨ ਆਪ ਲਈ ਲਾਹੌਰ ਜਾਣਾ ਬੜਾ ਕਠਿਨ ਸੀ। ਆਪ ਜੀ ਨੇ ਸ੍ਰੀ ਹਰਿਜਸ ਦੀ ਸਹੂਲਤ ਤੇ ਠਹਿਰਨ ਲਈ ਆਨੰਦਪੁਰ ਤੋਂ 7 ਕੋਹ ਦੂਰ ਉੱਤਰ ਬੰਨੇ ਇੱਕ ਵਚਿੱਤਰ ਨਗਰ ਰਚ ਦਿੱਤਾ, ਜਿਸ ਦਾ ਨਾਂ ਗੁਰੂ ਕਾ ਲਾਹੌਰ ਰੱਖਿਆ। ਇੱਥੇ ਆਪ ਜਨ ਲੈ ਕੇ ਟੁੱਕੇ ਤੇ ਆਪ ਦਾ ਮਾਤਾ ਜੀਤੋ ਜੀ ਨਾਲ ਵਿਆਹ ਹੋਇਆ। ਮਾਤਾ ਜੀਤੋ ਜੀ ਦਾ ਨਾਂ ਅੰਮ੍ਰਿਤ ਛਕਣ ਉਪਰੰਤ ਮਾਤਾ ਅਜੀਤ ਕੌਰ ਰੱਖਿਆ ਗਿਆ। ਆਪ ਜੀ ਦੀ ਕੁੱਖ ਤੋਂ 3 ਸਪੁੱਤਰ ਪੈਦਾ ਹੋਏ। ਸੰਮਤ 1747 ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸੰਮਤ 1753 ਵਿੱਚ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸੰਮਤ 1756 ਵਿੱਚ ਸਾਹਿਬਜ਼ਾਦਾ ਫਤਿਹ ਸਿੰਘ ਜੀ। ਮਾਤਾ ਅਜੀਤ ਕੌਰ ਜੀ ਦਾ ਦੇਹਾਂਤ ਸੰਮਤ 1757 ਵਿੱਚ ਆਨੰਦਪੁਰ ਵਿਖੇ ਹੋਇਆ। ਉੱਥੇ ਆਪ ਜੀ ਦਾ ਦੇਹਰਾ ਅਗੰਮਪੁਰ ਦੇ ਨਾਮ ਨਾਲ ਪ੍ਰਸਿੱਧ ਹੈ। ਦਸਮ ਗੁਰੂ ਜੀ ਦਾ ਦੂਜਾ ਵਿਆਹ ਲਾਹੌਰ ਦੇ ਵਸਨੀਕ ਸ੍ਰੀ ਰਾਮ ਸ਼ਰਨ ਕੁਮਰਾਵ ਖੱਤਰੀ ਦੀ ਸਪੁੱਤਰੀ ਮਾਤਾ ਸੁੰਦਰੀ ਜੀ ਨਾਲ 7 ਵਿਸਾਖ 1741 ਨੂੰ ਹੋਇਆ। ਆਪ ਜੀ ਦੀ ਕੁੱਖ ਤੋਂ ਗੁਰੂ ਜੀ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਮਾਘ ਸੁਦੀ 4 ਸੰਮਤ 1743 ਨੂੰ ਜਨਮ ਹੋਇਆ। ਦਸਮ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਮਾਤਾ ਸੁੰਦਰੀ ਜੀ ਪੰਥ ਦੀ ਅਗਵਾਈ ਕਰਦੇ ਰਹੇ ਅਤੇ ਸਿੱਖਾਂ ਵਿੱਚ ਆਪ ਦਾ ਹੁਕਮ ਚੱਲਦਾ ਰਿਹਾ। ਆਪ ਨੇ ਹੀ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦਾ ਗ੍ਰੰਥੀ ਥਾਪ ਕੇ ਭੇਜਿਆ ਸੀ। ਆਪ ਦਾ ਦੇਹਾਂਤ ਸੰਮਤ 1804 ਵਿੱਚ ਦਿੱਲੀ ਵਿਖੇ ਹੋਇਆ। ਆਪ ਦੀ ਹਵੇਲੀ ਤੁਰਕਮਾਨ ਦਰਵਾਜ਼ੇ ਤੋਂ ਬਾਹਰ ਗੁਰਦੁਆਰਾ ਸੀਸ ਗੰਜ ਦੇ ਕੋਲ ਸੀ। ਦਸਮੇਸ਼ ਜੀ ਦੀ ਤੀਸਰੀ ਸ਼ਾਦੀ ਜ਼ਿਲ੍ਹਾ ਜੇਹਲਮ ਦੇ ਨਗਰ ਰੋਹਤਾਸ ਦੇ ਰਹਿਣ ਵਾਲੇ ਸ੍ਰੀ ਰਾਮ ਬੱਸੀ ਖੱਤਰੀ ਦੀ ਸਪੁੱਤਰੀ ਮਾਤਾ ਸਾਹਿਬ ਦੇਵੀ ਜੀ ਨਾਲ ਸੰਮਤ 1757 ਵਿੱਚ ਹੋਈ। ਪਰ ਇਹ ਵਿਆਹ ਇੱਕ ਆਤਮਕ ਮੇਲ ਸੀ, ਸੰਸਾਰਕ ਨਹੀਂ। ਗੱਲ ਇਸ ਤਰ੍ਹਾਂ ਹੋਈ ਕਿ ਸੰਮਤ 1757 ਵਿੱਚ ਜਦੋਂ ਮਾਤਾ ਅਜੀਤ ਕੌਰ ਜੀ ਦਾ ਦੇਹਾਂਤ ਹੋਇਆ ਤਦ ਮਾਤਾ ਸਾਹਿਬ ਦੇਵੀ ਜੀ ਦੇ ਪਿਤਾ ਸ੍ਰੀ ਰਾਮ ਬੱਸੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮੈਂ ਆਪਣੀ ਧੀ ਨੂੰ ਪੈਦਾ ਹੋਣ ਤੇ ਹੀ ਆਪ ਦੇ ਅਰਪਣ ਕੀਤਾ ਹੋਇਆ ਹੈ, ਆਪ ਇਸ ਦਾ ਰਿਸ਼ਤਾ ਪ੍ਰਵਾਨ ਕਰੋ। ਸਭ ਲੋਕ ਇਸ ਨੂੰ ਮਾਤਾ ਜੀ ਕਹਿੰਦੇ ਹਨ। ਆਪ ਤੋਂ ਬਿਨਾਂ ਕੋਈ ਇਸ ਨਾਲ ਵਿਆਹ ਨਹੀਂ ਕਰੇਗਾ। ਗੁਰੂ ਜੀ ਨੇ ਜਵਾਬ ਦਿੱਤਾ ਕਿ ਅਸੀਂ ਹੁਣ ਬ੍ਰਹਮਚਰਜ ਧਾਰਨ ਕਰ ਲਿੱਤਾ ਹੈ ਅਤੇ ਆਪਣਾ ਸਾਰਾ ਧਿਆਨ ਤੇ ਸ਼ਕਤੀ ਦੇਸ਼ ਤੇ ਧਰਮ ਦੀ ਸੇਵਾ ਵੱਲ ਲਾ ਦਿੱਤੀ ਹੈ, ਇਸ ਲਈ ਅਸੀਂ ਸੰਸਾਰਕ ਰੂਪ ਵਿੱਚ ਤਾਂ ਸੰਬੰਧ ਨਹੀਂ ਜੋੜ ਸਕਦੇ। ਇੱਕ ਰਾਹ ਹੈ, ਜੇਕਰ ਤੁਹਾਡੀ ਪੁੱਤਰੀ ਸਾਰੀ ਆਯੂ ਬ੍ਰਹਮਚਾਰਨੀ ਰਹਿ ਸਕਦੀ ਹੈ ਅਤੇ ਸਰੀਰਕ ਮੇਲ ਦੀ ਜਗ੍ਹਾ ਸਾਡੇ ਨਾਲ ਕੇਵਲ ਆਤਮਕ ਮੇਲ ਪ੍ਰਵਾਨ ਕਰ ਸਕਦੀ ਹੈ, ਤਾਂ ਤੁਹਾਡੀ ਖੁਸ਼ੀ ਲਈ ਅਸੀਂ ਉਸ ਨੂੰ ਵਰ ਲਵਾਂਗੇ। ਸੋ ਇਹ ਵਿਆਹ ਆਤਮਕ ਸੰਬੰਧਾਂ ਵਾਲਾ ਸੀ। ਇਸੇ ਕਰਕੇ ਮਾਤਾ ਸਾਹਿਬ ਦੇਵੀ ਜੀ ਨੂੰ ਇਤਿਹਾਸਕਾਰਾਂ ਨੇ ਕੁਆਰਾ ਡੋਲਾ ਕਰਕੇ ਲਿਖਿਆ ਹੈ। ਆਪ ਵਿਆਹ ਕਰਕੇ ਵੀ ਸਾਰੀ ਆਯੂ ਕੁਆਰੇ ਰਹੇ। ਬਾਅਦ ਵਿੱਚ ਜਦੋਂ ਆਪ ਨੇ ਅੰਮ੍ਰਿਤ ਛਕਿਆ ਤਾਂ ਆਪ ਦਾ ਨਾਮ ਮਾਤਾ ਸਾਹਿਬ ਕੌਰ ਬਣ ਗਿਆ। ਦਸਮ ਗੁਰੂ ਜੀ ਨੇ ਖਾਲਸਾ ਪੰਥ ਆਪ ਦੀ ਝੋਲੀ ਵਿੱਚ ਪਾਇਆ। ਇਹੀ ਕਾਰਨ ਹੈ ਕਿ ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤਧਾਰੀ ਸਿੱਖ ਨੂੰ ਦੱਸਿਆ ਜਾਂਦਾ ਹੈ ਕਿ ਅੱਜ ਤੋਂ ਤੇਰੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸ੍ਰੀ ਸਾਹਿਬ ਕੌਰ ਜੀ ਬਣ ਗਏ ਹਨ। ਮਾਤਾ ਸਾਹਿਬ ਕੌਰ ਜੀ ਗੁਰੂ ਜੀ ਨਾਲ ਦੱਖਣ ਯਾਤਰਾ ਤੇ ਗਏ ਸਨ। ਜਦੋਂ ਗੁਰੂ ਜੀ ਨੇ ਆਪਣਾ ਸੱਚਖੰਡ ਵਾਪਸੀ ਦਾ ਸਮਾਂ ਆਇਆ ਜਾਣਿਆ
ਤਾਂ ਆਪ ਨੇ ਇਹਨਾਂ ਨੂੰ ਦਿੱਲੀ ਮਾਤਾ ਸੁੰਦਰੀ ਜੀ ਪਾਸ ਭੇਜ ਦਿੱਤਾ। ਉੱਥੇ ਹੀ ਆਪ ਦਾ ਦੇਹਾਂਤ ਹੋਇਆ। ਆਪ ਦੀ ਸਮਾਧ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਦੇਹਰੇ ਕੋਲ ਹੈ। ਕਈ ਇਤਿਹਾਸਕਾਰਾਂ ਦਾ ਮਤ ਹੈ ਕਿ ਮਾਤਾ ਅਜੀਤ ਕੌਰ ਜੀ ਦਾ ਹੀ ਦੂਸਰਾ ਨਾਮ ਮਾਤਾ ਸੁੰਦਰੀ ਜੀ ਸੀ ਅਤੇ ਚਾਰੇ ਸਾਹਿਬਜ਼ਾਦੇ ਆਪ ਜੀ ਦੀ ਕੁੱਖ ਤੋਂ ਹੀ ਉਤਪੰਨ ਹੋਏ। ਪੰਥ ਵਿੱਚ ਬਹੁਤੀ ਮਾਨਤਾ ਇਸੇ ਮਤ ਦੀ ਹੈ, ਕਿਉਂ ਜੋ ਮਾਤਾ ਸਾਹਿਬ ਕੌਰ ਜੀ ਨਾਲ ਦਸਮੇਸ਼ ਜੀ ਦਾ ਸੰਬੰਧ ਕੇਵਲ ਆਤਮਕ ਸੀ, ਇਸ ਲਈ ਸੰਸਾਰਕ ਰੂਪ ਵਿੱਚ ਆਪ ਜੀ ਦਾ ਇੱਕੋ ਵਿਆਹ ਮਾਤਾ ਅਜੀਤ ਕੌਰ ਮਾਤਾ ਸੁੰਦਰੀ ਜੀ ਨਾਲ ਹੋਇਆ ਹੀ ਸਮਝਣਾ ਚਾਹੀਦਾ ਹੈ।